Good morning, students. Train Tourism and Hospitality, Class 10th, 2-year pattern, Job role, Food and Beverage Service Trainee, Unit 3, Topic Gender and Age Sensitive Services. ਪ੍ਰਾਹੁਣਾਚਾਰੀ ਉਦਯੋਗ ਵਿੱਚ ਰੁਜ਼ਗਾਰ ਆਮ ਤੌਰ 'ਤੇ ਦੂਜੇ ਉਦਯੋਗਾਂ ਦੇ ਮੁਕਾਬਲੇ ਘੱਟ ਰੁਜ਼ਗਾਰ ਦੇ ਮੌਕਿਆਂ ਨਾਲ ਜੁੜਿਆ ਹੁੰਦਾ ਹੈ। ਹਾਲਾਂਕਿ ਔਰਤਾਂ ਦੀ ਭਾਗੀਦਾਰੀ ਵਿੱਚ ਗੁਣਾਤਮਕ ਅਤੇ ਗੁਣਾਤਮਕ ਤੌਰ 'ਤੇ ਸੁਧਾਰ ਹੋਇਆ ਹੈ। ਲੇਬਰ ਮਾਰਕੀਟ ਵਿਤਕਰੇ ਦੇ ਕਾਰਨ ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨੌਕਰੀ ਦੀ ਗੁਣਵੱਤਾ ਦਾ ਜੈਂਡਰ ਬੇਸਡ ਅਧਿਐਨ ਇਸ ਦੇ ਨਤੀਜੇ ਵਜੋਂ ਹੈ। 2011 ਵਿੱਚ ਬ੍ਰਿਟੇਨ ਵਿੱਚ ਪ੍ਰਾਹੁਣਾਚਾਰੀ ਅਤੇ ਸੈਰ ਸਪਾਟਾ ਖੇਤਰ ਵਿੱਚ ਮਰਦ ਅਤੇ ਔਰਤ ਕਰਮਚਾਰੀਆਂ ਦੀ ਹਿੱਸੇਦਾਰੀ ਨੂੰ ਦਰਸਾਉਂਦੇ ਹਨ। 52% ਹੋਟਲ ਅਤੇ ਰਿਹਾਇਸ਼ ਪ੍ਰਬੰਧਕ ਅਤੇ ਪ੍ਰੋਪਰਾਈਟਰ ਪੁਰਸ਼ ਸਨ, ਜਦੋਂ ਕਿ 48% ਔਰਤਾਂ ਸਨ। ਨੌਕਰੀ ਕਰਨ ਵਾਲੀਆਂ ਔਰਤਾਂ ਦੇ ਅਧਿਕਾਰ ਅਤੇ ਸਨਮਾਨ। ਔਰਤਾਂ ਲਈ ਪ੍ਰਾਹੁਣਾਚਾਰੀ ਉਦਯੋਗ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਹਨ। ਇਹੀ ਸਹੂਲਤਾਂ ਖੁਸ਼ਹਾਲ ਕੰਮ ਲਈ ਜਗ੍ਹਾ ਬਣਾ ਦੇਣਗੀਆਂ। ਅਜਿਹੀਆਂ ਸਹੂਲਤਾਂ ਬਹੁਤ ਸਾਰੇ ਕਾਰਜ ਸਥਾਨਾਂ 'ਤੇ ਮੌਜੂਦ ਹੈ ਜੋ ਕੰਮ ਕਰਨ ਵਾਲੀਆਂ ਔਰਤਾਂ ਨੂੰ ਜਣੇਪਾ ਛੁੱਟੀ ਆਦਿ ਵੀ ਦਿੰਦੀਆਂ ਹਨ। ਇਹ ਉਤਪਾਦਕਤਾ ਨੂੰ ਉਤਸ਼ਾਹਿਤ ਵੀ ਕਰੇਗਾ ਅਤੇ ਸੰਸਥਾ ਨੂੰ ਪ੍ਰਤਿਭਾ ਵੀ ਦਿਲਾਏਗਾ। ਰੀਡਿੰਗ ਰੂਮ, ਜਿੱਥੇ ਔਰਤ ਕਰਮਚਾਰੀ ਆਪਣੀ ਸਿਹਤ ਅਤੇ ਫੈਸ਼ਨ ਮੈਗਜ਼ੀਨਾਂ ਰਾਹੀਂ ਹੁਨਰਾਂ, ਗਿਆਨ ਨੂੰ ਬਿਹਤਰ ਬਣਾਉਣ ਵਾਲੀਆਂ ਕਿਤਾਬਾਂ ਨੂੰ ਪੜ੍ਹਨ ਲਈ ਕੰਮ ਤੋਂ ਬ੍ਰੇਕ ਲੈ ਸਕਦੀਆਂ ਹਨ ਜਾਂ ਕਿਤਾਬਾਂ ਇਸ਼ੂ ਕਰਾ ਕੇ ਲਿਜਾ ਸਕਦੀਆਂ ਹਨ। ਔਰਤਾਂ ਕਰਮਚਾਰੀਆਂ ਨੂੰ ਕੰਮ ਦੇ ਬਾਅਦ, ਪੋਸਟ ਦੇ ਦੌਰਾਨ ਕਾਰੋਬਾਰ ਅਤੇ ਸਮਾਜਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਜ਼ਰੂਰਤ ਹੁੰਦੀ ਹੈ। ਸ਼ੀਸ਼ੇ ਅਤੇ ਹੋਰ ਉਪਕਰਨਾਂ ਨਾਲ ਆਊਟਲੁੱਕ ਕਮਰਾ ਬਣਾਉਣਾ ਜ਼ਰੂਰੀ ਹੈ। ਕੰਮ ਵਾਲੀਆਂ ਥਾਵਾਂ 'ਤੇ ਔਰਤਾਂ ਕਰਮਚਾਰੀ ਰਾਤ ਦੀ ਸ਼ਿਫਟ ਵਿੱਚ ਕੰਮ ਕਰਦੀਆਂ ਹਨ ਜਾਂ ਫਿਰ ਉਹਨਾਂ ਨੂੰ ਦੇਰ ਰਾਤ ਤੱਕ ਰੁਕਣ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਔਰਤਾਂ ਦੀ ਸੁਰੱਖਿਆ ਲਈ ਮਾਲਕਾਂ ਨੂੰ ਕੰਪਨੀ ਕੈਬਸ ਦੁਆਰਾ ਘਰ ਤੱਕ ਪਿਕਅਪ ਕਰਨ ਦੀ ਫ੍ਰੀ ਸਹੂਲਤ ਪ੍ਰਦਾਨ ਕਰਨੀ ਚਾਹੀਦੀ ਹੈ। ਪ੍ਰਬੰਧਨ ਦੇ ਹੁਨਰ। ਮਹਿਲਾ ਕਰਮਚਾਰੀਆਂ ਨੂੰ ਕੁਦਰਤੀ ਆਉਂਦੇ ਹਨ। ਰੈਗੂਲਰ ਲੀਡਰਸ਼ਿਪ ਸੈਸ਼ਨਾਂ ਦੁਆਰਾ ਸੰਗੀਤ ਲੀਡਰਸ਼ਿਪ ਦੇ ਹੁਨਰਾਂ ਵਿੱਚ ਨਿਵੇਸ਼ ਕਰਨਾ ਕੰਪਨੀ ਦੇ ਬ੍ਰਾਂਡ ਲਈ ਅਹਿਮ ਹੋ ਸਕਦਾ ਹੈ। ਰਚਨਾਤਮਕ ਕੁਸ਼ਲਤਾਵਾਂ ਜਿਵੇਂ ਕਿ ਖਾਣਾ ਬਣਾਉਣਾ, ਬਰਤਨ, ਪੇਂਟਿੰਗ, ਖੇਡ ਆਦਿ ਪ੍ਰਦਰਸ਼ਿਤ ਕਰਨ ਵਾਲੇ ਪ੍ਰੋਗਰਾਮ ਆਯੋਜਿਤ ਕਰਕੇ ਔਰਤ ਕਰਮਚਾਰੀ ਲਈ ਮਾਨਤਾ ਅਤੇ ਵਿਕਾਸ ਦੇ ਵਧੀਆ ਅਵਸਰ ਹੋਣਗੇ। ਮਹਿਲਾ ਕਰਮਚਾਰੀਆਂ ਦੀ ਵਧ ਰਹੀ ਗਿਣਤੀ ਸਵੱਛਤਾ, ਤੰਦਰੁਸਤੀ, ਯੋਗਾ, ਐਰੋਬਿਕਸ, ਡਾਂਸ ਆਦਿ ਦੀਆਂ ਗਤੀਵਿਧੀਆਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਉਹਨਾਂ ਨੂੰ ਆਪਣੇ ਫ੍ਰੀ ਟਾਈਮ ਵਿੱਚ ਅਭਿਆਸ ਕਰਨ ਦਾ ਮੌਕਾ ਵੀ ਮਿਲ ਜਾਂਦਾ ਹੈ। ਅਸੀਂ ਤਣਾਅ, ਪਰੇਸ਼ਾਨੀ, ਵੰਨ-ਸੁਵੰਨੇ ਜਿਨਸੀ ਝੁਕਾਅ, ਸਮਾਜਿਕ ਵਿਵਹਾਰਾਂ ਅਤੇ ਪ੍ਰਬੰਧਾਂ ਨੂੰ ਬਦਲਣ ਦੇ ਯੁੱਗ ਵਿੱਚ ਰਹਿੰਦੇ ਹਾਂ। ਇੱਕ ਸਲਾਹ ਮਸ਼ਵਰਾ ਕੇਂਦਰ ਔਰਤਾਂ ਨੂੰ ਉਹਨਾਂ ਦੀਆਂ ਨਿੱਜੀ ਅਤੇ ਪੇਸ਼ੇਵਰਾਨਾ ਜ਼ਿੰਦਗੀ ਵਿੱਚ ਵਾਪਰ ਰਹੀਆਂ ਕਿਸੇ ਵੀ ਵੱਖ-ਵੱਖ ਪਰਿਸਥਿਤੀਆਂ ਨਾਲ ਨਜਿੱਠਣ ਲਈ ਮਾਨਸਿਕ ਤੌਰ 'ਤੇ ਤਿਆਰ ਕਰਨ ਵਿੱਚ ਹੈਲਪ ਕਰੇਗਾ। ਸੋ ਇਸ ਟੌਪਿਕ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਨੌਕਰੀ ਕਰਨ ਵਾਲੀਆਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਅਤੇ ਸਨਮਾਨ ਮਿਲਣਾ ਚਾਹੀਦਾ ਹੈ, ਕਿਉਂਕਿ ਉਹ ਪੁਰਸ਼ ਪ੍ਰਧਾਨ ਸਮਾਜ ਦੇ ਨਾਲ ਬਰਾਬਰ ਦਾ ਕੰਮ ਕਰਦੀ ਹੈ, ਬਰਾਬਰ ਦੀਆਂ ਜ਼ਿੰਮੇਵਾਰੀਆਂ ਉਠਾਉਂਦੀ ਹੈ। ਇੱਕ ਘਰ ਅਤੇ ਨੌਕਰੀ ਦੋਨਾਂ ਜਗ੍ਹਾ 'ਤੇ ਹੀ ਆਪਣੇ ਆਪ ਵੱਲੋਂ ਪੂਰਾ ਯੋਗਦਾਨ ਪਾਉਂਦੀ ਹੈ।
ਇਸ ਲਈ ਉਸ ਨੂੰ ਸਨਮਾਨਯੋਗ ਸਥਾਨ ਦੇਣਾ ਚਾਹੀਦਾ ਹੈ। ਨਾਲ ਹੀ ਉਸ ਨੂੰ ਦੋਹਰੀ ਜ਼ਿੰਮੇਵਾਰੀ ਭਾਵ ਕਿ ਘਰ ਵਿੱਚ ਦੀਆਂ ਜ਼ਿੰਮੇਵਾਰੀਆਂ ਉਠਾਉਣ ਲਈ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਔਰਤ ਨੂੰ ਜਣੇਪਾ ਛੁੱਟੀ ਦੇਣੀ ਚਾਹੀਦੀ ਹੈ। ਰੀਡਿੰਗ ਰੂਮ ਹੋਣੇ ਚਾਹੀਦੇ ਨੇ ਜਿੱਥੇ ਕਿ ਉਹ ਆਪਣਾ ਫ੍ਰੀ ਟਾਈਮ ਸਪੈਂਡ ਕਰ ਸਕੇ ਅਤੇ ਮਨੋਰੰਜਨ ਦੇ ਨਾਲ ਨਾਲ ਗਿਆਨ ਪ੍ਰਾਪਤ ਕਰ ਸਕੇ। ਇਸ ਤੋਂ ਇਲਾਵਾ ਰਚਨਾਤਮਕ ਕੁਸ਼ਲਤਾਵਾਂ ਜਿਵੇਂ ਕਿ ਪੇਂਟਿੰਗ ਵਗੈਰਾ ਜਾਂ ਖਾਣਾ ਬਣਾਉਣਾ ਅਜਿਹੇ ਹੋਰ ਪ੍ਰੋਗਰਾਮ ਵੀ ਉਹ ਸਿੱਖ ਸਕੇ ਅਤੇ ਉਹਨਾਂ ਦਾ ਵਿਕਾਸ ਕਰ ਸਕੇ। ਇਸ ਤੋਂ ਇਲਾਵਾ ਇੱਕ ਔਰਤ ਨੂੰ ਆ ਰਹੀਆਂ ਮੁਸ਼ਕਲਾਂ ਦੇ ਲਈ ਸਲਾਹ ਮਸ਼ਵਰਾ ਕਰਨ ਦੇ ਲਈ ਇੱਕ ਕੇਂਦਰ ਹੋਣਾ ਚਾਹੀਦਾ ਹੈ ਜਿੱਥੇ ਕਿ ਉਹ ਆਪਣੀਆਂ ਪ੍ਰੋਬਲਮਸ ਸ਼ੇਅਰ ਕਰ ਸਕੇ ਅਤੇ ਉਹਨਾਂ ਦਾ ਸਲਿਊਸ਼ਨ ਵੀ ਪ੍ਰਾਪਤ ਕਰ ਸਕੇ। ਕੰਪਨੀਜ਼ ਪੋਲਿਸੀ ਟੂ ਪ੍ਰੀਵੈਂਟ ਸੈਕਸੁਅਲ ਹਰਾਸਮੈਂਟ, ਨਿੱਜੀ ਸ਼ੋਸ਼ਣ ਵਿਰੁੱਧ ਕੰਪਨੀ ਦੀਆਂ ਨੀਤੀਆਂ। ਜਿਨਸੀ ਪਰੇਸ਼ਾਨੀ ਦੀ ਪਰਿਭਾਸ਼ਾ ਨੂੰ ਸਮਝਣਾ ਚਾਹੀਦਾ ਹੈ ਜਿਵੇਂ ਕਿ ਅਣਚਾਹੇ ਚੁਟਕਲੇ, ਇਸ਼ਾਰੇ, ਕੱਪੜਿਆਂ 'ਤੇ ਅਪਮਾਨਜਨਕ ਸ਼ਬਦ ਅਤੇ ਅਣਉਚਿਤ ਟਿੱਪਣੀਆਂ ਅਤੇ ਛੂਹਣਾ, ਤਸਵੀਰਾਂ ਜਾਂ ਈਮੇਲਾਂ ਭੇਜਣੀਆਂ, ਜਿਨਸੀ ਸੰਕੇਤਕ ਤਸਵੀਰਾਂ ਪੋਸਟ ਕਰਨੀਆਂ। ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਕੰਮ ਵਾਲੇ ਥਾਂ 'ਤੇ ਜਿਨਸੀ ਪਰੇਸ਼ਾਨੀ ਦੀ ਨੀਤੀ ਹੈ। ਤੁਹਾਡੀ ਸੰਸਥਾ ਨੂੰ ਕੰਮ ਦੀ ਨੀਤੀ 'ਤੇ ਜਿਨਸੀ ਸ਼ੋਸ਼ਣ ਨੂੰ ਪ੍ਰਕਾਸ਼ਿਤ ਕਰਨਾ ਚਾਹੀਦਾ ਹੈ। ਇਹ ਵੀ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਾਰਾ ਸਟਾਫ ਇਸ ਤੋਂ ਜਾਣੂ ਹੈ। ਨੀਤੀ ਵਿੱਚ ਸਪਸ਼ਟ ਰਿਪੋਰਟਿੰਗ ਪ੍ਰਕਿਰਿਆ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਜਾਗਰੂਕਤਾ ਵਧਾਉਣੀ ਚਾਹੀਦੀ ਹੈ। ਉਹ ਲੋਕ ਜੋ ਵਿਵਹਾਰਾਂ ਤੋਂ ਜਾਣੂ ਹਨ ਜਿਨ੍ਹਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ। ਸਟਾਫ ਨਾਲ ਡਿਸਕਸ ਕਰਨਾ ਚਾਹੀਦਾ ਹੈ। ਮੁਲਾਜ਼ਮਾਂ ਦੀ ਭਲਾਈ ਨੂੰ ਸਮੀਖਿਆ ਮੀਟਿੰਗਾਂ ਅਤੇ ਮੁਲਾਕਾਤਾਂ ਵਿੱਚ ਮੁਲਾਂਕਣ ਕਰਨਾ ਚਾਹੀਦਾ ਹੈ। ਇਸ ਕਿਸਮ ਦੀਆਂ ਮੀਟਿੰਗਾਂ ਤੁਹਾਡੇ ਕਰਮਚਾਰੀਆਂ ਨੂੰ ਅਤੇ ਉਹਨਾਂ ਦੀ ਕਾਰਗੁਜ਼ਾਰੀ ਪ੍ਰਾਪਤੀਆਂ ਨੂੰ ਇੱਕ ਅਵਸਰ ਪ੍ਰਦਾਨ ਕਰੇਗੀ। ਕਿਸੇ ਵੀ ਇਲਜ਼ਾਮਾਂ ਅਤੇ ਸਰੋਕਾਰਾਂ ਨਾਲ ਤੁਰੰਤ ਨਜਿੱਠੋ। ਇੱਕ ਔਰਤ ਨੂੰ ਆਪਣੇ ਦਫ਼ਤਰ ਵਿੱਚ ਜਾਂ ਕਿਸੇ ਵੀ ਕੰਮ ਵਾਲੀ ਥਾਂ 'ਤੇ ਇਹਨਾਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਇਹਨਾਂ ਸਾਰੀਆਂ ਮੁਸ਼ਕਲਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਨਜਿੱਠਣਾ ਹੈ ਕਿ ਕੰਮ ਵਾਲੀ ਥਾਂ ਨੂੰ ਵੀ ਅਜਿਹਾ ਮਾਹੌਲ, ਅਜਿਹਾ ਵਾਤਾਵਰਨ ਸਿਰਜਣਾ ਜਿੱਥੇ ਮਹਿਲਾ ਕਰਮਚਾਰੀਆਂ ਬਿਨਾਂ ਕਿਸੇ ਡਰ ਤੋਂ ਵਧੀਆ ਤਰੀਕੇ ਦੇ ਨਾਲ ਕੰਮ ਕਰ ਸਕਣ। ਜਦੋਂ ਵੀ ਕੋਈ ਸਾਥੀ ਸਟਾਫ ਮੈਂਬਰ ਤੁਹਾਡੇ ਨਾਲ ਕੋਈ ਚਿੰਤਾ ਸਾਂਝੀ ਕਰਦਾ ਹੈ ਤਾਂ ਜਿੰਨੀ ਜਲਦੀ ਹੋ ਸਕੇ ਉਸ ਦੀ ਸਮੱਸਿਆ ਨੂੰ ਕੁਸ਼ਲਤਾਪੂਰਵਕ ਦੂਜਿਆਂ ਸਾਹਮਣੇ ਪੇਸ਼ ਕਰੋ। ਕਿਸੇ ਵੀ ਤਰ੍ਹਾਂ ਦੇ ਦੋਸ਼ਾਂ ਦੀ ਸਮੀਖਿਆ ਕਰਨ ਲਈ ਇੱਕ ਸਮਰਪਿਤ ਵਿਅਕਤੀ ਨੂੰ ਚੁਣੋ ਜੋ ਆਪਣੇ ਅਨੁਭਵ ਅਤੇ ਤਜਰਬੇ ਦੀ ਵਰਤੋਂ ਕਰਦਾ ਹੋਇਆ ਮਸਲੇ ਨੂੰ ਹੱਲ ਕਰਨ ਲਈ ਯਤਨਸ਼ੀਲ ਕਦਮ ਉਠਾਏ। ਜ਼ੀਰੋ ਸਹਿਣਸ਼ੀਲਤਾ ਨੀਤੀ ਹੋਣੀ ਚਾਹੀਦੀ ਹੈ। ਸੰਸਥਾ ਦੇ ਅੰਦਰ ਕਿਸੇ ਕਰਮਚਾਰੀ ਦੇ ਅਹੁਦੇ ਜਾਂ ਰੁਤਬੇ ਦੇ ਬਾਵਜੂਦ ਉਹ ਕਿਸੇ ਸਹਿਯੋਗੀ ਜਾਂ ਸਟਾਫ ਮੈਂਬਰ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੀ ਰਿਪੋਰਟ ਕਰਾਉਣੀ ਚਾਹੀਦੀ ਹੈ ਤਾਂ ਜੋ ਉਸ ਨੂੰ ਗਲਤੀ ਦੇ ਨਤੀਜੇ ਭੁਗਤਣੇ ਪੈ ਸਕਣ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਅਗਰ ਕੋਈ ਮਰਦ ਆਪਣੇ ਕਿਸੇ ਮਹਿਲਾ ਕਰਮਚਾਰੀ ਦੇ ਨਾਲ ਗਲਤ ਵਿਹਾਰ ਕਰਦਾ ਹੈ ਅਤੇ ਉਸ ਦੇ ਰੁਤਬੇ ਜਾਂ ਉਸ ਦੇ ਅਹੁਦੇ ਕਾਰਨ ਉਸ ਨੂੰ ਮਾਫ਼ ਨਹੀਂ ਕਰਨਾ ਚਾਹੀਦਾ ਬਲਕਿ ਉਸ ਨੂੰ ਦੋਸ਼ੀ ਹੋਣ ਕਾਰਨ ਮਿਲਦੀ ਸਜ਼ਾ ਦੇਣੀ ਚਾਹੀਦੀ ਹੈ। ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦੀ ਤੁਰੰਤ ਰਿਪੋਰਟ ਕਰੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਸੰਸਥਾ ਵਿੱਚ ਕਿਸੇ ਨੇ ਤੁਹਾਡੇ ਨਾਲ ਅਣਉਚਿਤ ਵਿਵਹਾਰ ਕੀਤਾ ਹੈ, ਤੁਸੀਂ ਬਿਨਾਂ ਕਿਸੇ ਨਕਾਰਾਤਮਕ ਨਤੀਜਿਆਂ ਦੇ ਜਿਵੇਂ ਤਨਖਾਹ ਜਾਂ ਬਰਖਾਸਤੀ ਦੇ ਡਰ ਤੋਂ ਜਿਨਸੀ ਸ਼ੋਸ਼ਣ ਵਿਰੁੱਧ ਆਵਾਜ਼ ਉਠਾ ਸਕਦੇ ਹੋ। ਇਸ ਨਾਲ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਹੋਏਗਾ ਬਲਕਿ ਤੁਹਾਡੀ ਸਮੱਸਿਆ ਦਾ ਹੱਲ ਹੋਏਗਾ। ਇਹ ਬਿਲਕੁਲ ਨਹੀਂ ਡਰਨਾ ਚਾਹੀਦਾ ਕਿ ਅਗਰ ਤੁਸੀਂ ਕਿਸੇ ਖਾਸ ਰੁਤਬੇ ਜਾਂ ਅਹੁਦੇ ਵਾਲੇ
ਪੁਰਸ਼ ਕਰਮਚਾਰੀ ਦੀ ਸ਼ਿਕਾਇਤ ਕਰੋਗੇ ਤਾਂ ਤੁਹਾਡੀ ਤਨਖਾਹ ਨਹੀਂ ਮਿਲੇਗੀ ਜਾਂ ਤੁਹਾਨੂੰ ਕੰਮ ਤੋਂ ਕੱਢ ਦਿੱਤਾ ਜਾਏਗਾ। ਅਜਿਹੀਆਂ ਗੱਲਾਂ ਤੋਂ ਬਿਲਕੁਲ ਨਹੀਂ ਡਰਨਾ ਚਾਹੀਦਾ, ਬਲਕਿ ਅਗਰ ਕੰਮ ਵਾਲੀ ਥਾਂ 'ਤੇ ਤੁਹਾਡੇ ਨਾਲ ਕੁਛ ਗਲਤ ਵਾਪਰਦਾ ਹੈ ਤਾਂ ਤੁਹਾਨੂੰ ਉਸ ਦੀ ਰਿਪੋਰਟ ਕਰਨੀ ਚਾਹੀਦੀ ਹੈ ਅਤੇ ਦੋਸ਼ੀ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ, ਤਾਂ ਕਿ ਜੋ ਗਲਤੀ ਕਿਸੇ ਨੇ ਤੁਹਾਡੇ ਨਾਲ ਕੀਤੀ ਹੈ ਉਹ ਤੁਹਾਡੇ ਬਾਕੀ ਮਹਿਲਾ ਕਰਮਚਾਰੀਆਂ ਦੇ ਨਾਲ ਨਾ ਹੋ ਸਕੇ, ਬਲਕਿ ਬਾਕੀਆਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਹੋਵੇ ਅਤੇ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਦਬਾਅ ਤੋਂ ਮਹਿਲਾ ਕਰਮਚਾਰੀ ਆਪਣਾ ਕੰਮ ਕਰ ਸਕੇ। ਮਹਿਲਾ ਕਰਮਚਾਰੀ ਦੀ ਤਜਰਬੇਕਾਰ ਸਟਾਫ ਵੱਲੋਂ ਹੈਲਪ ਕਰਨੀ ਚਾਹੀਦੀ ਹੈ। ਕਿਸੇ ਨੂੰ ਵੀ ਮਹਿਲਾ ਦੀ ਆਵਾਜ਼ ਨੂੰ ਦਬਾਉਣਾ ਨਹੀਂ ਚਾਹੀਦਾ, ਬਲਕਿ ਜ਼ੁਲਮ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਔਰਤ ਕਰਮਚਾਰੀਆਂ ਲਈ ਕੰਮ ਤੇ ਸਹੂਲਤਾਂ ਜਿਵੇਂ ਕਿ ਆਵਾਜਾਈ, ਰਾਤ ਨੂੰ ਘਰ ਡ੍ਰੌਪ ਕਰਨਾ, ਰਾਤ ਦੀ ਸ਼ਿਫਟ 'ਚ ਕੰਮ ਕਰਨਾ, ਬਦਸਲੂਕੀ ਦੀ ਰਿਪੋਰਟ ਕਰਨਾ, ਜਣੇਪਾ ਛੁੱਟੀ ਤੇ ਹੋਰ ਸ਼ਿਕਾਇਤਾਂ ਦੇ ਨਿਪਟਾਰੇ ਲਈ ਕੰਪਨੀ ਨੂੰ ਸਖਤੀ ਨਾਲ ਕਦਮ ਚੁੱਕਣੇ ਚਾਹੀਦੇ ਹਨ। ਔਰਤਾਂ ਨੂੰ ਉਹਨਾਂ ਦੀਆਂ ਬਣਦੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਕੰਪਨੀ ਨੂੰ ਔਰਤਾਂ ਨਾਲ ਪੱਖਪਾਤ ਜਾਂ ਵਿਤਕਰੇ ਨਹੀਂ ਕਰਨੇ ਚਾਹੀਦੇ। ਔਰਤਾਂ ਲਈ ਵੱਖਰੇ ਰੈਸਟਰੂਮ ਅਤੇ ਮੈਡੀਕਲ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ। ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਨੂੰ ਉੱਚ ਤਰਜੀਹ ਦੇਣੀ ਚਾਹੀਦੀ ਹੈ। ਔਰਤਾਂ ਵੀ ਦੇਰ ਨਾਲ ਕੰਮ ਕਰਦੀਆਂ ਹਨ। ਔਰਤਾਂ ਨੂੰ ਇਹ ਭਰੋਸਾ ਦਿੱਤਾ ਜਾਣਾ ਚਾਹੀਦਾ ਹੈ ਕਿ ਅਗਰ ਕੰਪਨੀ ਦੇ ਕਿਸੇ ਸਹਿਯੋਗੀ ਵੱਲੋਂ ਉਹਨਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ ਤਾਂ ਕੰਪਨੀ ਉਹਨਾਂ ਨਾਲ ਸਖਤੀ ਨਾਲ ਪੇਸ਼ ਆਏਗੀ ਅਤੇ ਸਮੱਸਿਆਵਾਂ ਦਾ ਹੱਲ ਕਰੇਗੀ। ਮਹਿਲਾ ਕਰਮਚਾਰੀਆਂ ਲਈ ਜਣੇਪਾ ਛੁੱਟੀ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂ ਔਰਤਾਂ ਆਪਣੀ ਦੋਹਰੀ ਜ਼ਿੰਮੇਵਾਰੀ ਨੂੰ ਆਸਾਨੀ ਨਾਲ ਨਿਭਾ ਸਕਣ। ਸੰਸਥਾਵਾਂ ਨੂੰ ਯੋਜਨਾਬੱਧ ਢੰਗ ਨਾਲ ਪ੍ਰੋਗਰਾਮ ਪੇਸ਼ ਕਰਨੇ ਚਾਹੀਦੇ ਹਨ ਤਾਂ ਜੋ ਔਰਤਾਂ ਕਾਰਪੋਰੇਟ ਜੀਵਨ ਮੰਗਾਂ ਪ੍ਰਤੀ ਆਪਣੇ ਆਪ ਨੂੰ ਮੁੜ ਸੰਗ੍ਰਹਿਤ ਕਰਨ ਵਿੱਚ ਕਾਮਯਾਬ ਹੋ ਸਕਣ। ਉਹਨਾਂ ਨੂੰ ਕੰਮ ਅਤੇ ਘਰ ਵਿੱਚ ਸੰਤੁਲਨ ਬਣਾ ਕੇ ਰੱਖਣ ਵਿੱਚ ਹੈਲਪ ਕਰਨੀ ਚਾਹੀਦੀ ਹੈ। ਉਹਨਾਂ ਨੂੰ ਮਹੱਤਵਪੂਰਨ ਪ੍ਰੋਜੈਕਟਾਂ, ਬਜਟ, ਤਰੱਕੀ, ਤਨਖਾਹ ਦੇ ਵਾਧੇ ਦੀ ਜ਼ਿੰਮੇਵਾਰੀ ਆਦਿ ਫੈਸਲਿਆਂ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਔਰਤ ਕਰਮਚਾਰੀ ਪੁਰਸ਼ ਸਹਿਯੋਗੀ ਨਾਲ ਉਤਸ਼ਾਹੀ ਹੋ ਕੇ ਕੰਮ ਕਰ ਸਕੇ। ਅਜਿਹਾ ਮਾਹੌਲ ਸਿਰਜਣਾ ਕੰਪਨੀ ਲਈ ਅਹਿਮ ਹੁੰਦਾ ਹੈ। ਕੰਪਨੀ ਨੂੰ ਔਰਤਾਂ ਅਤੇ ਮਰਦ ਕਰਮਚਾਰੀਆਂ ਲਈ ਸਿਖਲਾਈ ਪ੍ਰੋਗਰਾਮਾਂ ਦਾ ਵਿਕਾਸ ਕਰਨਾ ਚਾਹੀਦਾ ਹੈ। ਔਰਤਾਂ ਦੇ ਸਹੀ ਨਿਰਣੇ ਨੂੰ ਪੁਰਸ਼ ਕਰਮਚਾਰੀਆਂ ਦੇ ਨਿਰਣਿਆਂ ਵਾਂਗ ਹੀ ਹਮਾਇਤ ਮਿਲਣੀ ਚਾਹੀਦੀ ਹੈ। ਕੰਪਨੀ ਨੂੰ ਸਮੇਂ-ਸਮੇਂ 'ਤੇ ਅਜਿਹੇ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਚਾਹੀਦਾ ਹੈ ਜਿਸ ਵਿੱਚ ਨਵੀਆਂ ਤਕਨੀਕਾਂ ਸ਼ਾਮਲ ਹੋਣ ਤਾਂ ਕਿ ਔਰਤ ਅਤੇ ਮਰਦ ਸਮੇਂ ਦੇ ਹਾਣੀ ਹੋ ਕੇ ਨਵੀਆਂ ਤਕਨੀਕਾਂ ਦੇ ਨਾਲ ਆਪਣੇ ਕੰਮ ਨੂੰ ਨੇਪਰੇ ਚਾੜ ਸਕਣ। ਔਰਤਾਂ ਲਈ ਸੁਰੱਖਿਅਤ ਯਾਤਰਾ ਅਤੇ ਸੁਰੱਖਿਆ ਨਾਲ ਸੰਬੰਧਿਤ ਸਹੂਲਤਾਂ। ਔਰਤਾਂ ਨੂੰ ਸੁਰੱਖਿਅਤ ਯਾਤਰਾ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ। ਕਈ ਔਰਤਾਂ ਯਾਤਰਾ ਸਮੇਂ ਹਿੰਸਾ ਦਾ ਸ਼ਿਕਾਰ ਹੋ ਸਕਦੀਆਂ ਹਨ। ਖਾਸ ਕਰਕੇ ਮਹਿਲਾ ਕਰਮਚਾਰੀਆਂ ਲਈ ਰਾਤ ਦੇ ਸਮੇਂ ਆਵਾਜਾਈ ਦਾ ਪ੍ਰਬੰਧ ਸੁਰੱਖਿਅਤ ਹੋਣਾ ਚਾਹੀਦਾ ਹੈ। ਸੁਰੱਖਿਅਤ ਆਵਾਜਾਈ ਲਈ ਵਿਸ਼ੇਸ਼ ਉਪਾਅ ਕਰਨੇ ਚਾਹੀਦੇ ਹਨ। ਸਹੀ ਰੂਟ ਨਿਰਧਾਰਿਤ ਕਰਨੇ ਚਾਹੀਦੇ ਹਨ। ਉਹਨਾਂ ਨੂੰ ਰਾਤ ਸਮੇਂ ਸੁਰੱਖਿਆ ਗਾਰਡ ਉਪਲਬਧ ਕਰਾਉਣਾ ਚਾਹੀਦਾ ਹੈ। ਸਰਵਜਨਕ ਟਰਾਂਸਪੋਰਟ ਦੇ ਬਿਹਤਰ ਸੁਰੱਖਿਅਤ ਪ੍ਰਬੰਧਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕਾਨੂੰਨ ਅਤੇ ਨੀਤੀਆਂ ਔਰਤਾਂ ਦੀ ਸੁਰੱਖਿਆ ਲਈ ਯਤਨਸ਼ੀਲ ਹੋਣੇ ਚਾਹੀਦੇ ਨੇ। ਔਰਤਾਂ ਲਈ ਟੈਕਸੀ, ਕਾਰ, ਜਨਤਕ ਆਵਾਜਾਈ ਦਾ ਪ੍ਰਬੰਧ ਲਾਜ਼ਮੀ ਤੌਰ 'ਤੇ ਕੰਪਨੀ ਦੁਆਰਾ ਹੋਣਾ ਚਾਹੀਦਾ ਹੈ। ਲਾਇਸੈਂਸ ਪਲੇਟ ਜਾਂ ਟੈਕਸੀ ਪਛਾਣ ਦੀ ਫੋਟੋ, ਜੋ ਕਿ ਔਰਤ ਨੂੰ ਇਹਨਾਂ ਆਵਾਜਾਈ ਸਾਧਨਾਂ ਦੀ ਅਗਰ ਜ਼ਰੂਰਤ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਲਾਇਸੈਂਸ ਪਲੇਟ ਜਾਂ ਟੈਕਸੀ ਪਛਾਣ ਦੀ ਫੋਟੋ ਆਪਣੇ
ਕੰਪਨੀ ਦੇ ਗਰੁੱਪ ਵਿੱਚ ਸੈਂਡ ਕਰਨੀ ਚਾਹੀਦੀ ਹੈ ਤਾਂ ਕਿ ਉਸ ਦੇ ਨਾਲ ਰਸਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਕੁਆਲਿਟੀ ਆਫ ਸਰਵਿਸ ਐਂਡ ਫੈਸਿਲਿਟੀਜ਼ ਆਫ ਈਚ ਏਜ ਐਂਡ ਜੈਂਡਰ ਗਾਹਕ ਦੀ ਸੰਤੁਸ਼ਟੀ ਲਈ ਇੱਕ ਮਨੋਵਿਗਿਆਨਿਕ ਸੰਕਲਪ ਹੈ ਜਿਸ ਵਿੱਚ ਤੰਦਰੁਸਤੀ ਅਤੇ ਖੁਸ਼ਹਾਲੀ ਦੀ ਭਾਵਨਾ ਹੁੰਦੀ ਹੈ। ਗਾਹਕ ਸੰਤੁਸ਼ਟੀ ਹਰੇਕ ਵਿਅਕਤੀ ਦੀਆਂ ਅੰਦਰੂਨੀ ਭਾਵਨਾਵਾਂ ਹਨ ਜੋ ਕਿਸੇ ਸੰਗਠਨ ਦੁਆਰਾ ਗਾਹਕ ਦੀ ਉਮੀਦ ਦੇ ਪ੍ਰਸੰਗ ਵਿੱਚ ਇੱਕ ਵਿਅਕਤੀ ਨੂੰ ਦਿੱਤੀਆਂ ਜਾਂਦੀਆਂ ਹਨ। ਸਰਵਿਸ ਦੇ ਮੁਲਾਂਕਣ ਦੇ ਨਤੀਜੇ ਵਜੋਂ ਸੰਤੁਸ਼ਟੀ ਜਾਂ ਅਸੰਤੁਸ਼ਟੀ ਹੋ ਸਕਦੀਆਂ ਹਨ। ਜੇਕਰ ਗਾਹਕ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ ਤਾਂ ਉਹ ਪ੍ਰਭਾਵਿਤ ਹੋ ਕੇ ਦੁਬਾਰਾ ਆਉਂਦਾ ਹੈ। ਇਹ ਦੂਜਿਆਂ ਨੂੰ ਵੀ ਆਕਰਸ਼ਿਤ ਕਰਦਾ ਹੈ। ਭਾਵ ਕਿ ਜਦੋਂ ਕਸਟਮਰ ਤੁਹਾਡੇ ਕੋਲੋਂ ਖੁਸ਼ ਹੋ ਕੇ ਜਾਂਦਾ ਹੈ ਤਾਂ ਉਮੀਦ ਹੁੰਦੀ ਹੈ ਕਿ ਉਹ ਦੁਬਾਰਾ ਫਿਰ ਆਏਗਾ ਸੇਵਾਵਾਂ ਲੈਣ ਵਾਸਤੇ, ਅਤੇ ਇਸ ਦੇ ਨਾਲ ਹੀ ਉਹ ਸਮਾਜ ਵਿੱਚ ਜਦੋਂ ਵਿਚਰਦਾ ਹੈ ਤਾਂ ਤੁਹਾਡੀਆਂ ਸੇਵਾਵਾਂ ਦੀ ਜਾਣਕਾਰੀ ਆਪਣੇ ਯਾਰਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਦਿੰਦਾ ਹੈ ਜਿਸ ਦੇ ਨਾਲ ਤੁਹਾਡੇ ਕਸਟਮਰਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ। ਗਾਹਕ ਦੀਆਂ ਜ਼ਰੂਰਤਾਂ ਅਤੇ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਹੈ। ਕੰਮ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਗਾਹਕ ਨੂੰ ਸਹੀ ਅਤੇ ਸਟੀਕ ਜਾਣਕਾਰੀ ਦੇਣੀ ਚਾਹੀਦੀ ਹੈ। ਗਾਹਕਾਂ ਨੂੰ ਮੈਡੀਕਲ ਟੂਰਿਜ਼ਮ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਸੈਰ ਸਪਾਟਾ ਉਦਯੋਗ ਵਿੱਚ 50% ਤੋਂ ਵੱਧ ਸੈਲਾਨੀ ਬੱਚਿਆਂ ਵਾਲੇ ਪਰਿਵਾਰ ਨਾਲ ਸੰਬੰਧਿਤ ਹੁੰਦੇ ਹਨ ਜੋ ਜ਼ਿਆਦਾਤਰ ਸਮਰ ਅਤੇ ਵਿੰਟਰ ਵਕੇਸ਼ਨ ਲਈ ਸੈਰ ਸਪਾਟੇ 'ਤੇ ਨਿਕਲਦੇ ਹਨ। ਉਦਾਹਰਨ ਲਈ ਸਾਇੰਸ ਸਿਟੀ ਕਪੂਰਥਲਾ ਵਿਖੇ ਬਹੁਤ ਸਾਰੇ ਸਕੂਲੀ ਬੱਚਿਆਂ ਦੁਆਰਾ ਵਿਜ਼ਿਟ ਕੀਤੀ ਜਾਂਦੀ ਹੈ ਜਿਸ ਕਾਰਨ ਬੱਚੇ ਮਨੋਰੰਜਨ ਰਾਹੀਂ ਸਿੱਖਿਆ ਪ੍ਰਾਪਤ ਕਰਦੇ ਹਨ। ਬਹੁਤ ਸਾਰੇ ਹੋਟਲਾਂ ਵਿੱਚ ਬੱਚਿਆਂ ਲਈ ਪਲੇਗਰਾਊਂਡ ਬਣਾਏ ਜਾਂਦੇ ਹਨ। ਇਹਨਾਂ ਵਿੱਚ ਪੰਘੂੜੇ, ਵੀਡੀਓ ਗੇਮਸ ਅਤੇ ਆਊਟਡੋਰ ਖੇਡਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜ਼ਿਆਦਾਤਰ ਹੋਟਲਾਂ ਵਿੱਚ ਬੱਚਿਆਂ ਲਈ ਘੱਟ ਡੂੰਘੇ ਸਵਿਮਿੰਗ ਪੂਲ ਬਣਾਏ ਜਾਂਦੇ ਹਨ ਤਾਂ ਕਿ ਉਹ ਬਿਨਾਂ ਕਿਸੇ ਖਤਰੇ ਦੇ ਇਹਨਾਂ ਦਾ ਆਨੰਦ ਮਾਣ ਸਕਣ। ਹੋਟਲ ਵਿੱਚ 90% ਯਾਤਰੀ ਸਾਡੇ ਦੇਸ਼ ਤੋਂ ਜਾਂ ਸਾਡੇ ਸ਼ਹਿਰ ਦੇ ਬਾਹਰੋਂ ਆਉਂਦੇ ਹਨ। ਉਹ ਆਪਣੇ ਨਾਲ ਕਈ ਤਰ੍ਹਾਂ ਦੇ ਖਤਰਨਾਕ ਵਾਇਰਸ ਜਾਂ ਬਿਮਾਰੀਆਂ ਵੀ ਲੈ ਕੇ ਆਉਂਦੇ ਹਨ। ਕਈ ਵਾਰੀ ਬਿਮਾਰੀ ਹਵਾ ਪਾਣੀ ਬਦਲਣ ਕਾਰਨ ਵੀ ਹੋ ਸਕਦੀ ਹੈ, ਜਿਵੇਂ ਕਿ ਜ਼ਿਆਦਾ ਗਰਮੀ ਵਾਲੀ ਜਗ੍ਹਾ 'ਤੇ ਜ਼ਿਆਦਾ ਬਰਫੀਲੇ ਇਲਾਕੇ ਵਿੱਚ ਚਲੇ ਜਾਣਾ ਜਿਸ ਨਾਲ ਇੱਕਦਮ ਪੌਣ ਪਾਣੀ ਬਦਲ ਜਾਂਦਾ ਹੈ। ਇਸ ਨਾਲ ਸਿਹਤ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ। 5 ਸਟਾਰ ਹੋਟਲ ਦੀ ਤਰ੍ਹਾਂ 5 ਸਟਾਰ ਹੌਸਪੀਟਲ ਵੀ ਉਪਲਬਧ ਹਨ। ਨੋਇਡਾ ਵਿੱਚ ਬਣੇ ਅਪੋਲੋ ਹੌਸਪੀਟਲ ਵਿੱਚ ਲੀਵਰ ਟ੍ਰਾਂਸਪਲਾਂਟ ਦੀ ਵਿਵਸਥਾ ਹੈ। ਭਾਰਤ ਵਿੱਚ ਆਯੁਰਵੈਦਿਕ ਤਰੀਕੇ ਨਾਲ ਕੁਦਰਤੀ ਜੜੀ ਬੂਟੀਆਂ ਰਾਹੀਂ ਵੀ ਇਲਾਜ ਕੀਤਾ ਜਾਂਦਾ ਹੈ। ਸੋ ਸੈਲਾਨੀਆਂ ਨੂੰ ਮੈਡੀਕਲ ਸਹੂਲਤਾਂ ਵੀ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਉਹ ਬਿਨਾਂ ਕਿਸੇ ਰੁਕਾਵਟ ਤੋਂ ਜਾਂ ਬਿਨਾਂ ਕਿਸੇ ਡਰ ਤੋਂ ਆਪਣੀ ਯਾਤਰਾ ਨੂੰ ਜਾਰੀ ਰੱਖ ਸਕਣ ਅਤੇ ਵਧੀਆ ਐਕਸਪੀਰੀਅੰਸ ਗੇਨ ਕਰ ਸਕਣ। ਮਹਿਲਾ ਕਰਮਚਾਰੀਆਂ ਦੇ ਨਾਲ ਕੰਮ ਵਾਲੀ ਥਾਂ 'ਤੇ ਉਹਨਾਂ ਦੇ ਕਲੀਗਸ ਦੁਆਰਾ ਵਧੀਆ ਵਰਤਾਓ ਕਰਨਾ ਚਾਹੀਦਾ ਹੈ। ਹਮੇਸ਼ਾ ਹੀ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ। ਗਲਤ ਟਿੱਪਣੀਆਂ ਉਹਨਾਂ ਸਾਹਮਣੇ ਨਹੀਂ ਕਰਨੀਆਂ ਚਾਹੀਦੀਆਂ। ਔਰਤ ਕਰਮਚਾਰੀ ਦੇ ਹਾਵ ਭਾਵ ਪੜ੍ਹ ਕੇ ਉਸ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਅਗਰ ਕੋਈ ਮਹਿਲਾ ਕਰਮਚਾਰੀ ਕਿਸੇ ਪੁਰਸ਼ ਕਰਮਚਾਰੀ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੀ ਤਾਂ ਉਸਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ, ਕਿਉਂਕਿ ਅਗਰ ਮਹਿਲਾ ਕਰਮਚਾਰੀ ਮਾਨਸਿਕ ਪਰੇਸ਼ਾਨੀ ਵਿੱਚ ਆ ਜਾਏਗੀ ਤਾਂ ਉਹ ਆਪਣਾ ਕੰਮ ਚੰਗੇ ਤਰੀਕੇ ਨਾਲ ਨਹੀਂ ਕਰ ਸਕੇਗੀ। ਮਹਿਲਾ ਕਰਮਚਾਰੀ ਦੇ ਕੰਮ ਵਿੱਚ ਕਿਸੇ ਤਰ੍ਹਾਂ ਦੀ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਸ ਨੂੰ ਸਲਾਹ ਜ਼ਰੂਰ ਦੇਣੀ ਚਾਹੀਦੀ ਹੈ ਪਰ ਗਲਤ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਮਹਿਲਾ ਕਰਮਚਾਰੀ ਨਾਲ ਕਦੇ ਵੀ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰਨੀ ਚਾਹੀਦੀ। ਹਮੇਸ਼ਾ ਮੁਸਕਰਾਹਟ ਨਾਲ ਆਪਣੀ ਕਦਰਦਾਨੀ ਦਿਖਾਓ। ਔਰਤਾਂ ਦਾ ਹਮੇਸ਼ਾ ਕੰਮ ਵਾਲੀ ਥਾਂ 'ਤੇ ਸਤਿਕਾਰ ਕਰਨਾ ਚਾਹੀਦਾ ਹੈ। ਸੋ ਪ੍ਰਾਹੁਣਾਚਾਰੀ ਉਦਯੋਗ ਵਿੱਚ ਮਹਿਲਾ ਕਰਮਚਾਰੀਆਂ ਨੂੰ ਅਜਿਹਾ ਸੁਖਾਵਾਂ ਮਾਹੌਲ ਦੇਣਾ ਚਾਹੀਦਾ ਹੈ ਕਿ ਉਹ ਸਕਾਰਾਤਮਕ ਢੰਗ ਨਾਲ ਆਪਣੀਆਂ ਸੇਵਾਵਾਂ
ਪ੍ਰਦਾਨ ਕਰ ਸਕਣ। ਸੋ ਇਹ ਤਾਂ ਸੀ ਅੱਜ ਦਾ ਟੌਪਿਕ ਕਿ ਕੰਮ ਵਾਲੀ ਥਾਂ 'ਤੇ ਕਿਸ ਤਰੀਕੇ ਦੇ ਨਾਲ ਮਹਿਲਾ ਕਰਮਚਾਰੀਆਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਣਾ ਚਾਹੀਦਾ ਹੈ। ਭਾਵ ਕਿ ਕੰਮ ਦੇ ਨਾਲ ਨਾਲ ਉਹਨਾਂ ਦੇ ਆਰਾਮ ਅਤੇ ਉਹਨਾਂ ਦੀਆਂ ਬਾਕੀ ਜ਼ਿੰਮੇਵਾਰੀਆਂ ਦਾ ਖਿਆਲ ਰੱਖਦਿਆਂ ਹੋਇਆਂ ਉਹਨਾਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਉਹਨਾਂ ਨੂੰ ਜਣੇਪਾ ਛੁੱਟੀ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਪਰਿਵਾਰ ਦੀ ਕੇਅਰ ਵੀ ਚੰਗੇ ਤਰੀਕੇ ਦੇ ਨਾਲ ਕਰ ਸਕਣ। ਕੰਮ ਵਾਲੀ ਥਾਂ 'ਤੇ ਪੁਰਸ਼ ਕਰਮਚਾਰੀਆਂ ਦੁਆਰਾ ਉਹਨਾਂ ਨੂੰ ਕਦੇ ਵੀ ਗਲਤ ਕਮੈਂਟ ਨਹੀਂ ਕਰਨੇ ਚਾਹੀਦੇ। ਕੰਪਨੀ ਵੱਲੋਂ ਵੀ ਔਰਤਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਦੇ ਫੈਸਲੇ ਜੋ ਕਿ ਸਹੀ ਹੋਣ ਉਹਨਾਂ ਨੂੰ ਖਿੜੇ ਮੱਥੇ ਮੰਨਣਾ ਚਾਹੀਦਾ ਹੈ। ਹਰ ਕੰਮ ਵਿੱਚ ਉਹਨਾਂ ਦੀ ਸਲਾਹ ਲੈਣੀ ਚਾਹੀਦੀ ਹੈ। ਉਹਨਾਂ ਦੀ ਮਿਹਨਤ ਦੇ ਅਨੁਸਾਰ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਹੋਰ ਵਧੀਆ ਤੋਂ ਵਧੀਆ ਕੰਮ ਕਰ ਸਕਣ। ਇਸ ਤੋਂ ਇਲਾਵਾ ਹੋਟਲ ਪ੍ਰਬੰਧਕਾਂ ਨੂੰ ਵੀ ਮਹਿਲਾ ਕਰਮਚਾਰੀਆਂ ਦੇ ਦੇਰ ਰਾਤ ਘਰ ਵਾਪਸ ਜਾਣ ਲਈ ਆਵਾਜਾਈ ਦਾ ਸਹੀ ਉਚਿਤ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਔਰਤਾਂ ਨੂੰ ਰਾਤ ਸਮੇਂ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ। ਔਰਤਾਂ ਲਈ ਅਜਿਹੇ ਕਾਨੂੰਨਾਂ ਦੀ ਵਿਵਸਥਾ ਕਰਨੀ ਚਾਹੀਦੀ ਹੈ ਤਾਂ ਕਿ ਜਦੋਂ ਉਹ ਆਪਣੀ ਕੰਪਲੇਂਟ ਕਰਨ ਤਾਂ ਉਹਨਾਂ ਦੀ ਸੁਣਵਾਈ ਜਲਦੀ ਹੋ ਸਕੇ ਅਤੇ ਦੋਸ਼ੀ ਨੂੰ ਬਣਦੀ ਸਜ਼ਾ ਮਿਲ ਸਕੇ। ਸੋ ਉਮੀਦ ਹੈ ਅੱਜ ਦਾ ਇਹ ਟੌਪਿਕ ਸਭ ਨੂੰ ਚੰਗੇ ਤਰੀਕੇ ਦੇ ਨਾਲ ਸਮਝ ਆਇਆ ਹੋਵੇਗਾ। ਥੈਂਕਸ ਫॉर ਵਾਚਿੰਗ।